ਅੱਛਾ, ਅੱਜ ਦਾ ਸਾਡਾ ਜਿਹੜਾ ਲੈਕਚਰ ਹੈ ਉਹ CSS ਤੇ PMS ਐਮਏ ਪੰਜਾਬੀ ਵਾਸਤੇ। ਮੌਜੂ ਸਾਡਾ ਹੈ ਲਿਸਾਨੀਆਤ। ਲਿਸਾਨੀਆਤ ਕਿਵੇਂ ਬਣਿਆ ਹੈ? ਇਹ ਲਫ਼ਜ਼ ਲਿਸਾਨ ਤੋਂ ਬਣਿਆ ਹੈ। ਲਿਸਾਨ ਦਾ ਮਤਲਬ ਹੁੰਦਾ ਹੈ ਜ਼ਬਾਨ, ਜਿਹਨੂੰ ਇੰਗਲਿਸ਼ ਵਿੱਚ ਲਿੰਗੁਇਸਟਿਕ ਆਖਦੇ ਨੇ। ਲਿਸਾਨੀਆਤ ਪੰਜਾਬੀ ਜਿਹੜੀ ਹੈ ਕਿਵੇਂ ਬਣੀ ਹੈ, ਉਹਦੇ ਲਹਿਜੇ ਕਿਹੜੇ ਨੇ, ਬੋਲੇ ਕਿੱਥੇ ਜਾਂਦੇ ਨੇ, ਇਹ ਗੱਲਾਂ ਇਹਦੇ ਵਿੱਚ ਆਉਂਦੀਆਂ ਨੇ। ਲਿਖਾਰੀ ਜਿਹੜਾ ਹੈ ਡਾਕਟਰ ਸ਼ਹਿਬਾਜ਼ ਮਲਿਕ ਹੈ ਲਿਸਾਨੀਆਤ ਦਾ। ਤੇ ਲਿਖਾਰੀ ਬਾਰੇ ਇੱਕ ਝਾਤ ਅਸੀਂ ਪਾਉਂਦੇ ਹਾਂ ਜਾਂ ਉਹਦੇ ਤਾਰੁਫ ਬਾਰੇ ਗੱਲ ਕਰਦੇ ਹਾਂ। ਅਸਲ ਨਾਂ ਸ਼ਹਿਬਾਜ਼ ਮਲਿਕ ਹੈ, ਪਰ ਇਲਮੀ ਤੇ ਅਦਬੀ ਹਲਕਿਆਂ ਦੇ ਵਿੱਚ ਉਹ ਡਾਕਟਰ ਸ਼ਹਿਬਾਜ਼ ਮਲਿਕ ਦੇ ਨਾਂ ਤੋਂ ਮਸ਼ਹੂਰ ਨੇ। ਡਾਕਟਰ ਇਹ ਨਾਲ ਤੁਸੀਂ ਇਜ਼ਾਫਾ ਕਰਨਾ ਹੈ ਤੇ ਤੁਹਾਡੇ ਇਲਮੀ ਤੇ ਅਦਬੀ ਹਲਕੇ ਜਿਹੜੇ ਨੇ ਪੰਜਾਬੀ ਦੇ। ਲਿਸਾਨੀਆਤ ਦਾ ਇਹ ਮਸ਼ਹੂਰ ਲਿਖਾਰੀ 3 ਅਪ੍ਰੈਲ 1937 ਨੂੰ ਲਾਹੌਰ ਵਿੱਚ ਜੰਮਿਆ ਸੀ। ਸ਼ਹਿਬਾਜ਼ ਹੋਰਾਂ ਨੇ ਮੈਟ੍ਰਿਕ ਦੇ ਇਮਤਿਹਾਨ ਜਿਹੜਾ ਪਾਸ ਕਰਨ ਤੋਂ ਬਾਅਦ ਇੱਕ ਦੁਕਾਨ ਉੱਤੇ ਮੁਲਾਜ਼ਮਤ ਸ਼ੁਰੂ ਕੀਤੀ। ਉੱਥੇ ਆਪਣੀ ਮਿਹਨਤ ਜਾਰੀ ਰੱਖੀ। ਇਹ ਜਿਹੜੀ ਆਪਣੀ ਹੈ, ਇਹ ਆਪਣੀ ਇੰਜ ਲਿਖਣਾ ਹੈ, ਆਪਣੀ ਮਿਹਨਤ ਜਾਰੀ ਰੱਖੀ ਤੇ FA BA ਤੇ ਪੰਜਾਬੀ ਵਿੱਚ MA ਪਾਸ ਕੀਤਾ। 1976 ਦੇ ਵਿੱਚ ਸ਼ੋਭਾ ਪੰਜਾਬੀ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਲੈਕਚਰਾਰ ਮੁਕਰਰ ਹੋ ਗਏ। ਬਾਅਦ ਵਿੱਚ ਤਰੱਕੀ ਕਰਦੇ ਹੋਏ ਸ਼ੋਭਾ ਪੰਜਾਬੀ ਦੇ ਚੇਅਰਪਰਸਨ ਵੀ ਬਣ ਗਏ। ਉੱਥੋਂ ਹੀ ਫਿਰ ਰਿਟਾਇਰ ਹੋ ਗਏ ਸ਼ਹਿਬਾਜ਼ ਮਲਿਕ ਹੋਰੀ। ਡਾਕਟਰ ਉਹਨਾਂ ਦੀ ਪੰਜਾਬੀ ਜ਼ਬਾਨ ਵਿੱਚ ਬਹੁਤ ਕਾਵਿਸ਼ ਹੈ। ਉਹਨਾਂ ਨੇ ਕੁਝ ਕਿਤਾਬਾਂ ਵੀ ਲਿਖੀਆਂ ਨੇ, ਜਿਨ੍ਹਾਂ ਵਿੱਚੋਂ ਕੁਝ ਅਹਿਮ ਜਿਹੜੇ ਨੇ ਉਹ ਨਾਂ ਥੱਲੇ ਦਰਜ ਜ਼ੈਲ ਨੇ। ਪੱਕੀ ਰੋਟੀ ਖੁਰਦ PMS ਵਿੱਚ ਹੈ ਅਹਿਮ ਟੌਪਿਕ। ਜੰਗਨਾਮਾ ਅਖਾਣ ਵੀ PMS ਵਿੱਚ ਹੈ। ਨਿਤਾਰੇ ਆਜ਼ਾਦੀ ਦੇ ਮੁਜਾਹਿਦ ਲਿਖਾਰੀ ਤੇ ਲਿਸਾਨੀਆਤ CSS ਵਿੱਚ ਹੈ। ਠੀਕ ਹੈ। ਲਿਸਾਨੀਆਤ ਮੌਜੂ ਦੇ ਹਵਾਲੇ ਨਾਲ ਪੰਜਾਬੀ ਸ਼ਾਹਮੱਖੀ ਵਿੱਚ ਲਿਖੀ ਗਈ ਹੈ, ਜਿਹੜੀ ਪਹਿਲੀ ਵਾਰੀ 1977 ਨੂੰ ਛਾਪੇ ਚੜੀ, ਪਬਲਿਸ਼ ਹੋਈ ਪਹਿਲੀ ਵਾਰੀ, ਤੇ ਦੂਜੀ ਵਾਰੀ 1999 1989 ਤੇ ਤੀਜੀ ਵਾਰੀ 1996। 3 ਵਾਰੀ ਇਹ ਅਪਡੇਟ ਹੋ ਕੇ ਪਬਲਿਸ਼ ਹੋਈ ਹੈ। ਨਏ ਨਏ ਐਡੀਸ਼ਨ ਅਪਡੇਟ ਹੋ ਕੇ ਪਬਲਿਸ਼ ਹੋਏ ਨੇ। ਇਸ ਕਿਤਾਬ ਦੇ ਕੁੱਲ ਜਿਹੜੇ ਸਫ਼ੇ ਨੇ ਉਹ 221 ਨੇ ਤੇ ਇਹਦਾ ਦਿਬਾਚਾ ਵਹੀਦ ਕੁਰੈਸ਼ੀ ਨੇ ਲਿਖਿਆ ਹੈ। ਦਿਬਾਚਾ ਵਹੀਦ ਕੁਰੈਸ਼ੀ ਨੇ ਲਿਖਿਆ ਹੈ। ਇੱਕ ਤਾਰੁਫ ਹੈ ਮੁਖਤਸਰ ਜਿਹਾ। ਤੇ ਜਿਹੜੀ ਇਹ ਲਿਸਾਨੀਆਤ ਹੈ, ਇਹ ਲਿੰਗੁਇਸਟਿਕ ਹੈ ਪੰਜਾਬੀ। ਇਹਨੂੰ ਕਿਤਨੇ ਬਾਬਾਂ ਦੇ ਵਿੱਚ ਵੰਡਿਆ ਗਿਆ ਹੈ? ਪਹਿਲਾ ਬਾਬ, ਦੂਜਾ ਬਾਬ, ਤੀਜਾ ਬਾਬ ਤੇ ਇਹ ਚੌਥਾ ਬਾਬ। 4 ਬਾਬਾਂ ਦੇ ਵਿੱਚ ਇਹਨੂੰ ਵੰਡਿਆ ਗਿਆ ਹੈ, ਇਹਦਾ ਵੇਰਵਾ ਕੀਤਾ ਗਿਆ ਹੈ। ਪਹਿਲੇ ਬਾਬ ਦੇ ਵਿੱਚ ਉਹ ਡਾਕਟਰ ਸ਼ਹਿਬਾਜ਼ ਮਲਿਕ ਹੋਰਾਂ ਨੇ ਆਖਿਆ ਹੈ ਕਿ ਲਿਸਾਨੀਆਤ ਦੀ ਪਹਿਚਾਣ ਜਾਂ ਉਹਦੀ ਸ਼ਨਾਖਤ ਕੀ ਹੈ, ਉਸ ਦੇ ਬਾਰੇ ਦੱਸਿਆ ਉਹਨਾਂ ਨੇ। ਦੂਜੇ ਬਾਬ ਦੇ ਵਿੱਚ ਜਿਹੜੇ ਪੰਜਾਬੀ ਸੂਤੀਆਤ ਨੇ, ਬੋਲੀ ਕਿਵੇਂ ਜਾਂਦੀ ਹੈ, ਲਫ਼ਜ਼ਾਂ ਦੇ ਘਾੜੂ ਕੀ ਨੇ, ਬਨਾਵਟ ਕੀ ਹੈ। ਤੀਜੇ ਬਾਬ ਦੇ ਵਿੱਚ ਜਿਹੜੀ ਪੰਜਾਬੀ ਜ਼ਬਾਨ ਹੈ, ਇਹਦੇ ਇਲਾਕਾਈ ਰੂਪ ਕਿਹੜੇ ਨੇ, ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਤੇ ਉੱਥੇ ਜ਼ਬਾਨ ਕਿਹੜੀ ਵਰਤੀ ਜਾਂਦੀ ਹੈ। ਚੌਥਾ ਬਾਬ ਜਿਹੜਾ ਹੈ ਉਹ ਪੰਜਾਬੀ ਜ਼ਬਾਨ ਦਾ ਅਦਬੀ ਰੂਪ ਹੈ। ਇਹ ਸਾਡੀ ਪੰਜਾਬੀ ਜ਼ਬਾਨ ਹੋ ਗਈ, ਇਹਦੇ ਵਿੱਚ ਜਿਹੜਾ ਸਾਡਾ ਇੱਕ ਲਿਟਰੇਚਰ ਦੀ ਸ਼ਕਲ ਹੈ, ਲਿਟਰੇਚਰ ਦੀ ਸ਼ਕਲ ਹੈ, ਰੂਪ ਸੱਦੇ ਨੇ ਸ਼ਕਲ ਨੂੰ ਜਿਹੜਾ ਸਾਹਮਣੇ ਵਿਖਾਲੀ ਦੇਵੇ। ਉਹਦੇ ਅੰਗ ਜਿਹੜੇ ਨੇ, ਇਹ 4 ਬਾਬ ਨੇ
ਤੇ ਚੌਂ ਬਾਬਾਂ ਦੇ ਵਿੱਚ ਇਹਨੂੰ ਵੰਡਿਆ ਗਿਆ ਹੈ। ਮੁਖਤਸਰ ਜਿਹਾ ਨੋਟ ਆਉਂਦਾ ਹੈ ਇਸ ਤੇ ਤੁਸੀਂ ਇੰਝ ਹੀ ਲਿਖਣਾ ਹੈ। ਇੱਥੋਂ ਤੁਸੀਂ ਪਹਿਲਾ ਬਾਬ ਲਿਖਿਆ, ਲਿਸਾਨੀਆਤ ਦੀ ਜਾਣ ਪਹਿਚਾਣ ਜਾਂ ਉਹਦੀ ਸ਼ਨਾਖਤ। ਸ਼ਨਾਖਤ ਹੈ। लिसानियात बेसिकली अरबी जबान का लफ्ज जिंदा मतलब है जबान या जिब। लिसान तो लिसानियात बनया है, जिन्हों अंग्रेजी विच लिंग्विस्टिक, हिंदी विच भाषा ते गोर मक्खी पंजाबी ते उर्दू विच लिसानियात आखदे ने। इस्तलाही हवाले नाल लिसानियात जिहड़ा है जबानां दे इल्म नूं आख्या जांदा है, क्योंकि लिसान सिर्फ जबान है ते जिथे लफ्ज लिसानियात आ जावे उहदा मतलब है जबानां दा इल्म। मौजूदा दौर विच ये इल्म बाकायदा साइंस की शक्ल धार चुकिया है। साइंस भी इल्म नूं आखदे ने, क्योंकि हुण तां मौजूदा दौर दे विच ये कोई भी बोली है, चाहे अरबी है, फारसी है, पंजाबी है, उर्दू है, इंग्लिश है, कोई भी बोली है तो वो बाकायदा उनकी बनावट, फॉर्मेशन, शक्लो सूरत, सूफियात, उनकी आवाज़ां, उनका अदब ते ये सारियां चीज़ां ये अजकल उन्होंने साइंस का नाम दिता जाता है। साइंस भी इल्म नूं आखदे ने। लिसानियात जिन्हों इंग्लिश विच लिंग्विस्टिक्स आखदे ने या सूतियात, फोनेटिक्स, जिहड़ा इल्म वजूद विच वजूद आउंदा है ਵਿੱਚ ਆਉਂਦਾ ਹੈ ਉਹ लिसानी इल्म, लिंग्विस्टिक्स साइंस आखदे ने। ਜਿਹੜਾ ਤੁਸੀਂ ਆਵਾਜ਼ਾਂ ਕੱਢਦੇ ਹੋ ਜ਼ਬਾਨ ਵਿੱਚੋਂ, ਮੂੰਹ ਵਿੱਚੋਂ, ਗਲੇ ਵਿੱਚੋਂ, ਹੋਂਠਾਂ ਵਿੱਚੋਂ, ਹਲਕ ਵਿੱਚੋਂ, ਉਹਦੀਆਂ ਮੁxtਲਿਫ ਸ਼ਕਲਾਂ ਹੁੰਦੀਆਂ ਨੇ। ਉਹਨੂੰ ਲਿਸਾਨੀ ਇਲਮ ਆਖਿਆ ਜਾਂਦਾ ਹੈ। ਇਹ ਜਿਹੜੀ ਜ਼ਬਾਨ ਹੁੰਦੀ ਹੈ ਇਹ ਬੋਲਣ ਤੇ ਸੁਣਨ ਨਾਲ ਵਜੂਦ ਵਿੱਚ ਆਉਂਦੀ ਹੈ। ਕੁਝ ਬੋਲੀ ਜਾਂਦੀ ਹੈ ਤੇ ਕੁਝ ਸੁਣੀ ਜਾਂਦੀ ਹੈ ਤਾਂ ਇਹਦਾ ਵਜੂਦ ਬਣਦਾ ਹੈ। ਲੋਕੀ ਆਪਣੇ ਖਿਆਲ ਅਹਿਸਾਸ, ਸੋਚ ਤੇ ਜਜ਼ਬਾਤ ਨੂੰ ਜ਼ਾਹਿਰ ਕਰਨ ਲਈ ਕੋਈ ਵੀ ਜ਼ਬਾਨ ਬੋਲਦੇ ਨੇ, ਕੋਈ ਬੋਲੀ ਬੋਲਦੇ ਨੇ, ਉਹਨੂੰ ਲਿਸਾਨ ਆਖਿਆ ਜਾਂਦਾ ਹੈ। ਇਨਸਾਨ ਆਪਣੇ ਮਕਸਦ ਨੂੰ ਜਾਂ ਮਤਲਬ ਨੂੰ ਜਾਂ ਕਿਸੇ ਮਫਹੂਮ ਨੂੰ ਪਹਿਲਾਂ ਜ਼ਹਿਨ ਵਿੱਚ ਸੋਚਦਾ ਹੈ। ਇਹ ਸੋਚ ਲਫ਼ਜ਼ਾਂ ਜਾਂ ਬੋਲਾਂ ਵਿੱਚ ਜ਼ਾਹਿਰ ਹੁੰਦੀ ਹੈ, ਜਿਹਨੂੰ ਲਿਸਾਨ ਜਾਂ ਜ਼ਬਾਨ ਆਖਿਆ ਜਾਂਦਾ ਹੈ। ਇਸ ਲਈ ਲਿਸਾਨੀਆਤ ਵਿੱਚ ਆਵਾਜ਼ਾਂ ਬਾਰੇ ਬਹਿਸ ਕੀਤੀ ਜਾਂਦੀ ਹੈ। ਪੰਜਾਬੀ ਜ਼ਬਾਨ ਦੇ ਇਲਾਕਾਈ ਰੰਗ ਸਾਡੇ ਸਾਹਮਣੇ ਨੇ, ਜਿਹੜੇ ਇੱਕ ਜ਼ਬਾਨ ਪੰਜਾਬੀ ਹੁੰਦਿਆਂ ਵੀ ਮਾਝੀ, ਲਹਿੰਦੀ, ਪੋਠੋਹਾਰੀ, ਹਿੰਦਕੋ, ਦੁਆਬੀ, ਡੋਗਰੀ, ਗੋਜਰੀ, ਭਟਿਆਣੀ, ਪੁਆਧੀ, ਰਾਠੀ, ਮਾਲਵੀ, ਜਾਂਗਲੂ ਤੇ ਸਰਾਇਕੀ ਦੇ ਨਾਲ ਜਾਣੇ ਜਾਂਦੇ ਨੇ। ਇਹ ਸਾਡੇ ਇਲਾਕੇ ਨੇ। ਇਹਨਾਂ ਇਲਾਕਿਆਂ ਦੇ ਵਿੱਚ ਪੰਜਾਬੀ ਜ਼ਬਾਨ ਜਾਂ ਪੰਜਾਬੀ ਬੋਲੀ ਨੂੰ ਇੱਕ ਵੱਖਰੀ ਪਹਿਚਾਣ ਜਾਂ ਸ਼ਨਾਖਤ ਦਿੱਤੀ ਜਾਂਦੀ ਹੈ। ਲਿਸਾਨੀਆਤ ਵਿੱਚ ਕੁਝ ਲਹਿਜਿਆਂ ਨੂੰ ਅੱਗੇ ਵਧਣ ਦਾ ਬਹੁਤਾ ਮੌਕਾ ਮਿਲ ਜਾਂਦਾ ਹੈ। ਵੇਖੋ ਇਹ ਲਹਿਜੇ ਨੇ, ਕਿਸੇ ਜਗ੍ਹਾ ਤੇ ਘੱਟ ਲਹਿਜੇ ਨੇ, ਕਿਸੇ ਜਗ੍ਹਾ ਤੇ ਵੱਧ ਨੇ, ਲੇਕਿਨ ਉਹਨੂੰ ਆਖਿਆ ਲਿਸਾਨੀਆਤ ਹੀ ਜਾਂਦਾ ਹੈ। ਇਹ ਇਲਾਕੇ ਨੇ ਸਾਰੇ ਤੇ ਇਹਨਾਂ ਇਲਾਕਿਆਂ ਦੇ ਵਿੱਚ ਲਹਿਜੇ ਬੋਲੇ ਜਾਂਦੇ ਨੇ। ਇਹ ਲਿਸਾਨ ਆਖੋ ਜਾਂ ਜ਼ਬਾਨ ਆਖੋ, ਇਹਨੂੰ ਬੋਲਣ ਵਾਲੇ ਤੇ ਇਹਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹ ਹਰ ਥਾਂ ਤੇ ਲੱਭ ਜਾਂਦੇ ਨੇ।
ਕੁਝ ਲੋਕੀ ਅਜੇ ਹੁੰਦੇ ਨੇ ਜਿਹੜੇ ਮੁਖਤਲਿਫ ਜ਼ਬਾਨਾਂ ਦੇ ਬੋਲਣ ਤੇ ਸੁਣਨ ਦੇ ਸਮਝਣ ਦੇ ਮਾਹਿਰ ਹੁੰਦੇ ਨੇ, ਜਿਹਨੂੰ ਤੁਸੀਂ ਆਖਦੇ ਹੋ ਟਰਾਂਸਲੇਟਰ ਜਿਹਨੂੰ ਆਖਦੇ ਹੋ। ਇਹ ਹਰ ਥਾਂ ਮੌਜੂਦ ਹੁੰਦੇ ਨੇ, ਲੱਭ ਜਾਂਦੇ ਨੇ। ਇਹ ਤਾਂ ਹੀ ਇਹਦਾ ਪਹਿਲਾ ਬਾਬ। ਹੁਣ ਇਹਦਾ ਦੂਜਾ ਬਾਬ ਹੁੰਦਾ ਹੈ, ਇਹ ਹੈ ਪੰਜਾਬੀ ਸੂਤੀਆਤ। ਇਸ ਬਾਬ ਵਿੱਚ ਪੰਜਾਬੀ ਜ਼ਬਾਨ ਦਾ ਕੁਨਬਾ ਜਾਂ ਖਾਨਦਾਨ ਬਾਰੇ ਗੱਲਬਾਤ ਕੀਤੀ ਗਈ ਹੈ। ਪੰਜਾਬੀ ਜ਼ਬਾਨ ਦੀ ਜਿਹੜੀ ਸੂਤੀ ਬਣਤਰ ਹੈ, ਜਿਹਨੂੰ ਬਣਤਰ ਸੱਦੇ ਨੇ, ਬਨਾਵਟ ਨੂੰ, ਫਾਰਮੇਸ਼ਨ ਨੂੰ, ਉਹਦੇ ਬਾਰੇ ਗੱਲਬਾਤ ਕੀਤੀ ਗਈ ਕਿ ਕਿਵੇਂ ਬਣਦੀ ਹੈ। ਪੰਜਾਬੀ ਜ਼ਬਾਨ ਦਾ ਲਿਸਾਨੀ ਢਾਂਚਾ ਬਿਆਨ ਕੀਤਾ ਗਿਆ ਹੈ। ਇਨਸਾਨ ਦੀਆਂ ਬੋਲਣ ਤੇ ਸੁਣਨ ਦੀਆਂ ਇਹਨਾਂ ਆਵਾਜ਼ਾਂ ਨੂੰ ਜਾਂਚਣਾ, ਗਵੇੜਨਾ ਦਾ ਮਤਲਬ ਹੁੰਦਾ ਹੈ ਕਿਆਸ ਕਰਨਾ, ਤੇ ਇਹਨਾਂ ਦਾ ਵੇਰਵਾ ਕਰਨਾ ਲਿਸਾਨੀਆਤ ਦੇ ਇਲਮ ਵਿੱਚ ਸੂਤੀਆਤ ਅਖਵਾਉਂਦਾ ਹੈ। ਇਹ ਜਿਹੜੀਆਂ ਮੁਖਤਲਿਫ ਆਵਾਜ਼ਾਂ ਹੁੰਦੀਆਂ ਨੇ, ਇਹਨਾਂ ਤੇ ਕਿਆਸ ਕਰਨਾ, ਇਹਨਾਂ ਨੂੰ ਗਵੇੜ ਲਾਣਾ, ਇਹਦਾ ਵੇਰਵਾ ਕਰਨਾ, ਇਹਦੀ ਵੰਡ ਕਰਨਾ, ਅਸਲ ਵਿੱਚ ਉਹ ਲਿੰਗੁਇਸਟਿਕ ਦੇ ਇਲਮ ਵਿੱਚ ਇਹਨੂੰ ਸੂਤੀਆਤ ਆਖਦੇ ਨੇ। ਜਿਹੜੀ ਆਵਾਜ਼ ਹੁੰਦੀ ਹੈ ਉਸ ਨੂੰ ਸਮਝਣ ਲਈ ਇਹਨਾਂ ਦਾ ਤਜਜ਼ੀਆ ਕਰਨ ਲਈ ਸੂਤੀਆਤ ਦਾ ਇਲਮ ਹੋਣਾ ਜ਼ਰੂਰੀ ਹੈ। ਇਹ ਸੂਤੀਆਤ ਦਾ ਇਲਮ ਹੋਣਾ ਜ਼ਰੂਰੀ ਹੈ ਕਿਉਂਕਿ ਇਹਦਾ ਤਜਜ਼ੀਆ ਅਗਰ ਕੀਤਾ ਹੋਵੇ, ਤਜਰਬਾ ਮੁਸ਼ਾਹਦਾ ਕੀਤਾ ਹੋਵੇ, ਤਾਂ ਜਿਹੜਾ ਹੈ ਕੋਈ ਵੀ ਮਾਹਿਰ ਲਿਸਾਨੀਆਤ ਹੈ ਤੇ ਉਹ ਕਿਤਾਬ ਲਿਖ ਸਕਦਾ ਹੈ ਜਾਂ ਉਸ ਜ਼ਬਾਨ ਤੇ ਉਹਦੀ ਗ੍ਰਿਫਤ ਹੁੰਦੀ ਹੈ। ਉਹਦੀ ਵਾਸਤੇ ਮੁਖਤਲਿਫ ਜ਼ਬਾਨਾਂ ਦਾ ਇਲਮ ਹੋਣਾ ਜ਼ਰੂਰੀ ਹੈ। ਆਵਾਜ਼ਾਂ ਦੇ ਬਾਰੇ ਜਾਣਕਾਰੀ ਜ਼ਰੂਰੀ ਹੈ। ਜਿਹੜਾ ਲਿਸਾਨੀ ਢਾਂਚਾ ਹੈ ਉਹਦੀ ਪਹਿਚਾਣ ਜ਼ਰੂਰੀ ਹੈ। ਸੂਤੀ ਜਿਹੜੀ ਬਣਤਰ ਹੈ, ਆਵਾਜ਼ਾਂ ਦੀ ਬਣਤਰ ਹੈ, ਆਵਾਜ਼ ਕਿਵੇਂ ਨਿਕਲਦੀ ਹੈ, ਗਲੇ ਵਿੱਚੋਂ, ਹਲਕ ਵਿੱਚੋਂ, ਨੱਕ ਵਿੱਚੋਂ, ਹੋਠਾਂ ਵਿੱਚੋਂ ਜਾਂ ਮੂੰਹ ਵਿੱਚੋਂ ਜਾਂ ਸਾਹ ਨਾਲ ਨਿਕਲਦੀ ਹੈ, ਜਿਵੇਂ ਵੀ ਨਿਕਲਦੀ ਹੈ, ਉਹਦਾ ਇਲਮ ਹੋਣਾ ਜ਼ਰੂਰੀ ਹੈ। ਜ਼ਬਾਨ ਦੇ ਲਫ਼ਜ਼ਾਂ ਨੂੰ ਅਲਾਮਤਾਂ ਜਾਂ ਹਰਫਾਂ ਦੇ ਜ਼ਰੀਏ ਲਿਖਿਆ ਜਾਂਦਾ ਹੈ। ਇਹ ਜਿਹੜੇ ਲਫ਼ਜ਼ ਹਨ ਕਿਸੇ ਵੀ ਬੋਲੀ ਦੇ, ਹੁਣ ਇੱਥੇ ਗੱਲ ਹੁੰਦੀ ਪਈ ਹੈ ਪੰਜਾਬੀ ਲਿਸਾਨੀਆਤ ਦੀ, ਤੇ ਜਿਹੜੇ ਲਫ਼ਜ਼ ਹਨ ਉਹਨਾਂ ਨੂੰ ਅਲਾਮਤਾਂ ਤੇ ਹਰਫਾਂ ਦੇ ਜ਼ਰੀਏ ਲਿਖਿਆ ਜਾਂਦਾ ਹੈ। ਉਹ ਇੱਕ ਫਿਰ ਮੁਕੰਮਲ ਜ਼ਬਾਨ ਬਣਦੀ। ਮਤਲਬ ਇਹ ਹੋਇਆ ਕਿ ਇਨਸਾਨੀ ਗੱਲਬਾਤ ਦੀ ਬੁਨਿਆਦ ਜਿਹੜੀ ਹੈ ਉਹ ਨਿੱਕੀਆਂ ਵੱਡੀਆਂ ਆਵਾਜ਼ਾਂ ਜਿਹਨੂੰ ਸੂਤਾਂ ਆਖਦੇ ਨੇ, ਜਿਨ੍ਹਾਂ ਨੂੰ ਇਨਸਾਨ ਨੇ ਅਲਾਮਤਾਂ ਜਾਂ ਹਰਫਾਂ ਦੀ ਸ਼ਕਲ ਦੇ ਕੇ ਬਾਮਾਨੀ ਮੀਨਿੰਗਫੁਲ ਬਣਾ ਲਿਆ ਸੀ। ਇਹ ਜਿਹੜੀਆਂ ਆਵਾਜ਼ਾਂ ਨੇ, ਇਹਨਾਂ ਨੂੰ ਉਹਨਾਂ ਇੱਕ ਅਲਾਮਤਾਂ ਤੇ ਹਰਫਾਂ ਦੀ ਸ਼ਕਲ ਦਿੱਤੀ ਹੈ ਇਨਸਾਨ ਨੇ। ਜਿਹੜੇ ਲਫ਼ਜ਼ ਨੇ ਇਹ ਨਿੱਕੀਆਂ ਵੱਡੀਆਂ ਆਵਾਜ਼ਾਂ ਤੇ ਇਹ ਸ਼ਕਲ ਦੇ ਕੇ ਉਹਨਾਂ ਨੇ ਮੀਨਿੰਗਫੁਲ ਬਾਮਾਨੀ ਬਣਾਇਆ ਹੈ, ਤਾਂ ਜੇ ਜ਼ਬਾਨ ਜਿਹੜਾ ਹੈ, ਜਿਹੜੀ ਲਿਸਾਨ ਹੈ, ਉਹਦਾ ਵਜੂਦ ਕਾਇਮ ਹੋ ਜਾਵੇ, ਕਾਇਮ ਹੋਵੇ। ਅੱਗੇ ਹੁਣ ਇਹ ਸੂਤੀਆਂ, ਇਹ ਜਿਹੜੇ ਫੋਨੇਮਸ ਹਨ ਜਾਂ ਫੋਨਿਕਸ ਹਨ, ਸੂਤੀਆਂ ਜਾਂ ਜਿਹੜੀਆਂ ਕਿਸਮਾਂ ਨੇ, ਟਾਈਪ ਨੇ, ਇਕਸਾਮ ਨੇ, ਉਹ ਕਿਹੜੀਆਂ ਨੇ? ਬੰਦਸ਼ੀ ਸੂਤਾਂ, ਇਹ ਹੁੰਦੀਆਂ ਨੇ ਸੂਤਾਂ ਮਤਲਬ ਆਵਾਜ਼ਾਂ, ਇਹਨੂੰ ਸਟਾਪਸ। ਇਹਨਾਂ ਨੂੰ ਬੰਦਸ਼ੀ ਸੂਤਾਂ ਜਾਂ ਬੰਦਸ਼ੀ ਆਵਾਜ਼ਾਂ ਆਖਿਆ ਜਾਂਦਾ ਹੈ। ਇਹ ਪਹਿਲੀ ਕਿਸਮ ਹੈ ਆਵਾਜ਼ਾਂ ਦੀ, ਜਿਵੇਂ ਬੇ, ਪੇ, ਤੇ, ਟੇ, ਦਾਲ, ਡਾਲ, ਤੋਏ, ਕਾਫ, ਗਾਫ। ਇਹ ਹਰਫ ਜਿੱਥੇ ਇਸਤੇਮਾਲ ਹੁੰਦੇ ਨੇ ਉਹਨੂੰ ਆਖਦੇ ਨੇ ਬੰਦਸ਼ੀ ਆਵਾਜ਼ਾਂ। ਇਹ ਹਰਫ ਜਿਹੜੇ ਥੱਲੇ ਲਿਖੇ ਨੇ। ਅੱਗੇ ਨੇ ਸਫੀਰੀ ਸੂਤਾਂ, ਸਪਾਇਰੈਂਟਸ। ਇਹ ਸਫੀਰੀ ਸੂਤਾਂ ਨੇ ਗਲੇ ਵਿੱਚੋਂ ਕੱਢੀ ਹੋਈ ਆਵਾਜ਼ਾਂ ਨੂੰ ਬਹੁਤਾ ਜ਼ੋਰ ਲਾਣਾ ਪਏ, ਇਸ ਆਵਾਜ਼ ਨੂੰ ਸਫੀਰੀ ਸੂਤਾਂ ਆਖਿਆ ਜਾਂਦਾ ਹੈ। MCQs ਵੀ ਪੁੱਛਿਆ ਜਾਵੇ ਵੀ ਬੰਦਸ਼ੀ ਸੂਤਾਂ ਕਿਸ ਨੂੰ ਆਖਿਆ ਜਾਂਦਾ ਹੈ, ਸਫੀਰੀ ਸੂਤਾਂ ਕਿਸ ਨੂੰ ਆਖਿਆ ਜਾਂਦਾ ਹੈ? ਗਲੇ ਵਿੱਚੋਂ ਕੱਢੀ ਹੋਈ ਆਵਾਜ਼ ਨੂੰ ਜਿੱਥੇ ਥੋੜਾ ਜਿਹਾ ਜ਼ੋਰ ਲਾਣਾ ਪਵੇ, ਜਿਵੇਂ ਲਾਮ, ਜ਼ੇ,
ਜ਼ਾਲ, ਜ਼ੇ, ਸੀਨ, ਸ਼ੀਨ, ਗਾਫ, ਫੇ, ਹੇ। ਮਤਲਬ ਇਹ ਥੋੜਾ ਜਿਹਾ ਜ਼ੋਰ ਲਾ ਕੇ ਜਿਹੜਾ ਹੈ ਨਾ ਉਹ ਆਵਾਜ਼ ਕੱਢੀ ਜਾਂਦੀ ਹੈ ਗਲੇ ਚੋਂ। ਇਹ ਦੂਜੀ ਕਿਸਮ ਹੋ ਗਈ, ਇਹ ਵਾਲੀ ਦੂਜੀ ਹੋ ਗਈ, ਇਹ ਪਹਿਲੀ। ਇਹ ਹੈ ਤੀਜੀ ਕਿਸਮ। ਇਹਨੂੰ ਸੱਦੇ ਨੇ ਲੈਟਰਲਸ, ਪਹਿਲਵੀ ਸੂਤਾਂ, ਪਹਿਲਵੀ ਆਵਾਜ਼ਾਂ। ਜਿਹੜੀ ਇਹ ਆਵਾਜ਼ ਹੈ ਇਹ ਜ਼ਬਾਨ ਦੇ ਇੱਕ ਪਾਸੋਂ ਜਾਂ ਦੋਵਾਂ ਪਾਸੋਂ ਲੰਘ ਜਾਵੇ ਬੋਲਣ ਲੱਗਿਆ, ਉਹਨੂੰ ਸੱਦੇ ਨੇ ਪਹਿਲਵੀ ਸੂਤਾਂ। ਜਿਵੇਂ ਲਾਮ, ਲਾਮ ਜ਼ਬਾਨ ਦੇ ਦੋਵਾਂ ਪਾਸੋਂ ਲੰਘ ਜਾਂਦੀ ਹੈ। ਅੱਗੇ ਚੌਥੇ ਨੰਬਰ ਤੇ ਹੈ ਇਰਤਾਸ਼ੀ ਸੂਤਾਂ, ਟ੍ਰਿਲ। ਇਰਤਾਸ਼ੀ ਸੂਤਾਂ, ਇਰਤਾਸ਼ੀ ਆਵਾਜ਼ਾਂ। ਆਵਾਜ਼ ਕੱਢਣ ਲਈ ਮੂੰਹ ਵੀ ਹਿਲ ਜਾਵੇ, ਉਸ ਨੂੰ ਇਰਤਾਸ਼ੀ ਆਵਾਜ਼ਾਂ ਆਖਦੇ ਨੇ। ਜਿਵੇਂ ਰੇ, ੜੇ, ਰੇ, ੜੇ, ਰੇ, ੜੇ। ਖੁੱਲ ਕੇ, ਮੂੰਹ ਖੁੱਲ ਕੇ ਗੱਲ ਹੋਵੇ। ਇਹ ਦੋ ਹਰਫ ਨੇ, ਰੇ, ੜੇ। ਹੋਂਠ ਫਿਰ ਆਪਸ ਵਿੱਚ ਮਿਲਦੇ ਨਹੀਂ। ਤੁਸੀਂ ਹੋਰ ਕੋਈ ਬੋਲੋ, ਜਿਵੇਂ ਲਾਮ ਬੋਲੋ, ਤੇ ਆਖਿਰ ਤੇ ਜਾ ਕੇ ਹੋਂਠ, ਲਾਮ ਹੋਂਠ ਬੰਦ ਹੋ ਜਾਂਦੇ ਨੇ। ਇਹ ਰੇ, ੜੇ, ਇਹ ਮੂੰਹ ਵੀ ਹਿਲ ਜਾਵੇ ਪੂਰਾ। ਇਹ ਚਾਰ ਕਿਸਮਾਂ ਨੇ, ਸੂਤੀ ਆਵਾਜ਼ਾਂ ਦੀਆਂ ਚਾਰ ਕਿਸਮਾਂ ਨੇ, ਤੇ ਇਹ ਹਰਫ ਵੀ ਨੇ। ਅੱਗੇ ਹਰਫ ਇਲਤ ਤੇ ਮੁਸਬ ਤੇ ਆ ਜਾਂਦਾ। ਹਰਫ ਇਲਤ ਤੇ ਮੁਸਬ ਤੇ, ਜਿਹਨੂੰ ਇੰਗਲਿਸ਼ ਵਿੱਚ ਵਾਵਲਸ ਜਾਂ ਕੰਸੋਨੈਂਟਸ ਆਉਂਦੇ ਨੇ। ਹਰਫ ਇਲਤ ਦੀਆਂ ਤਿੰਨ ਹਾਲਤਾਂ ਹੁੰਦੀਆਂ ਨੇ। ਪਹਿਲੀ ਹਾਲਤ ਹੈ ਨੀਵੇਂ, ਨੀਵੇਂ ਹਰਫ। ਦੂਜੀ ਹਾਲਤ ਹੈ ਦਰਮਿਆਨੀ, ਤੇ ਤੀਜੀ ਹਾਲਤ ਹੈ ਉੱਚੀ ਹਾਲਤ। ਅਜਿਹੀਆਂ ਆਵਾਜ਼ਾਂ ਜਿਨ੍ਹਾਂ ਵਿੱਚ ਮੂੰਹ ਦਾ ਰਾਹ ਖੁੱਲਾ ਛੱਡ ਦਿੱਤਾ ਜਾਂਦਾ ਹੈ, ਜਿਵੇਂ ਅਲਿਫ, ਵਾਓ, ਯੇ, ਹਰਫ ਇਲਤ ਆਖਦੇ ਨੇ। ਲਿਸਾਨੀਅਤ ਦਾ ਤੀਜਾ ਬਾਬ, ਪੰਜਾਬੀ ਜ਼ਬਾਨ ਦੇ ਇਲਾਕਾਈ ਰੂਪ। ਇਹ ਹੈ ਤੀਜਾ ਬਾਬ। ਇਹਦੇ ਵਿੱਚ ਲਿਸਾਨੀ ਜੁਗਰਾਫੀਆ ਆ ਜਾਂਦਾ ਹੈ, ਤੇ ਪੰਜਾਬੀ ਦੀਆਂ ਇਲਾਕਾਈ ਬੋਲੀਆਂ ਆ ਜਾਂਦੀਆਂ ਨੇ, ਕਿਹੜੇ ਕਿਹੜੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਬੋਲੀਆਂ ਬੋਲੀਆਂ ਜਾਂਦੀਆਂ ਨੇ। ਹੁਣ ਇਹਦੇ ਵਿੱਚ ਸਭ ਤੋਂ ਪਹਿਲੇ ਵੇਖੀਏ ਅਸੀਂ ਪੰਜਾਬ ਦਾ ਲਿਸਾਨੀ ਲਿਹਾਜ਼ ਨਾਲ ਜੁਗਰਾਫੀਆ ਕੀ ਹੈ। ਪੰਜ ਆਬ ਦਾ ਮਤਲਬ ਹੈ ਪੰਜ ਪਾਣੀ। ਪੰਜ ਹੋ ਗਏ ਪੰਜ, ਆਬ ਦਾ ਮਤਲਬ ਹੈ ਪਾਣੀ। ਪੰਜ ਪਾਣੀ, ਪੰਜ ਪਾਣੀਆਂ ਦਾ ਇਲਾਕਾ। ਬਰੇ ਸਗੀਰ ਦਾ ਉਹ ਇਲਾਕਾ ਹੈ ਜਿਹੜਾ ਸਤਲਜ ਪਹਿਲਾ ਪਾਣੀ, ਬਿਆਸ ਦੂਜਾ, ਰਾਵੀ ਤੀਜਾ, ਚਨਾਬ, ਜੇਹਲਮ ਤੇ ਸਿੰਧ, ਇਹ ਪੰਜ ਪਾਣੀ ਨੇ। ਇਹ ਸਿੰਧ ਦੇ ਦਰਮਿਆਨ ਹੈ, ਜੇਹਲਮ ਤੇ ਸਿੰਧ ਦੇ ਦਰਮਿਆਨ ਇਸ ਜਿਹੜਾ ਇਲਾਕਾ ਹੈ ਜਿਹਨੂੰ ਪੰਜਾਬ ਆਖਦੇ ਨੇ, ਇਹ ਇਹਨਾਂ ਤੇ ਮੁਸ਼ਤਮਿਲ ਹੈ। ਇਹ ਦਰਿਆ ਨੇ। ਜਾਮੇ ਪਾਕਿਸਤਾਨ ਤੋਂ ਬਾਅਦ ਪਹਿਲਾਂ ਦੀ ਗੱਲ ਕਰੀਏ, ਸਾਰੇ ਪੰਜਾਬ ਨੂੰ ਇੰਤਜ਼ਾਮੀ ਇਤਬਾਰ ਨਾਲ ਪੰਜ ਕਿਸਮਾਂ ਦੇ ਵਿੱਚ ਵੰਡਿਆ ਹੋਇਆ ਸੀ। ਪੰਜ ਕਿਸਮਾਂ। ਜਦੋਂ ਪਾਕਿਸਤਾਨ ਨਹੀਂ ਬਣਿਆ ਉਸ ਤੋਂ ਪਹਿਲੇ ਪਹਿਲੀ ਕਿਸਮ ਕੀ ਆਈ? ਪਹਿਲੀ ਕਿਸਮ ਆਈ ਅੰਬਾਲਾ ਦੀ। ਅੰਬਾਲਾ ਦੇ ਵਿੱਚ ਕਿਹੜੇ ਕਿਹੜੇ ਇਲਾਕੇ ਆਣ? ਅੰਬਾਲਾ, ਸ਼ਿਮਲਾ, ਹਿਸਾਰ, ਰਹਿਤਾ, ਕਰਨਾਲ, ਇਹ ਇੰਡੀਆ ਦੇ ਇਲਾਕੇ ਹਨ। ਦੂਜੀ ਕਿਸਮ ਜਿਹੜੀ ਆਈ ਉਹ ਜਲੰਧਰ ਆਈ। ਜਲੰਧਰ ਦੇ ਵਿੱਚ ਜਲੰਧਰ, ਹੁਸ਼ਿਆਰਪੁਰ, ਕਾਂਗੜਾ, ਫਿਰੋਜ਼ਪੁਰ ਤੇ ਲੁਧਿਆਣਾ, ਇਹ ਵੀ ਇੰਡੀਆ ਦੇ ਇਲਾਕੇ ਹਨ। ਤੇ ਅੱਗੇ ਆ ਗਈ ਤੀਜੀ ਕਿਸਮ। ਇਹ ਪੰਜਾਬ ਦੀ ਵੰਡ ਆਈ। ਤੀਜੀ ਕਿਸਮ ਦੇ ਵਿੱਚ ਆ ਗਿਆ ਲਾਹੌਰ। ਲਾਹੌਰ ਦੇ ਵਿੱਚ ਆ ਗਿਆ ਲਾਹੌਰ, ਗੁਜਰਾਂਵਾਲਾ, ਸਿਆਲਕੋਟ ਤੇ ਗੁਰਦਾਸਪੁਰ, ਇਹ ਪਾਕਿਸਤਾਨ ਵਿੱਚ ਹੈ।
ਚੌਥੀ ਕਿਸਮ ਚੌਥੀ ਕਿਸਮ ਮੁਲਤਾਨ। ਮੁਲਤਾਨ ਦੇ ਵਿੱਚ ਕਿਹੜੇ ਕਿਹੜੇ ਸ਼ੁਮਾਰ ਹੋਏ? ਮੁਲਤਾਨ, ਲੈਲਪੁਰ ਜਿਹਨੂੰ ਫੈਸਲਾਬਾਦ ਹੁਣ ਆਖਦੇ ਨੇ, ਜੰਗ, ਮੁਜ਼ੱਫਰਗੜ੍ਹ ਤੇ ਡੇਰਾ ਗਾਜ਼ੀ ਖਾਨ, ਇਹ ਵੀ ਪਾਕਿਸਤਾਨ ਦੇ ਇਲਾਕੇ ਹੋ ਗਏ। ਤੇ ਪੰਜਵੇਂ ਨੰਬਰ ਤੇ ਪੰਜਵੀਂ ਪੰਜਵੀਂ ਕਿਸਮ ਰਾਵਲਪਿੰਡੀ ਦੀ। ਇਹ ਵੱਡਾ ਮੇਜਰ ਜਿਹੜਾ ਹੈ, ਇਹਨੂੰ ਪੰਜ ਕਿਸਮਾਂ 'ਚ ਵੰਡਿਆ ਗਿਆ। ਪੰਜਵੀਂ ਕਿਸਮ ਦੇ ਵਿੱਚ ਰਾਵਲਪਿੰਡੀ ਦੇ ਵਿੱਚ ਜਿਹੜੇ ਇਲਾਕੇ ਸ਼ੁਮਾਰ ਹੋਏ, ਉਹ ਰਾਵਲਪਿੰਡੀ, ਜੇਹਲਮ, ਗੁਜਰਾਤ, ਸਰਗੋਦਾ, ਅਟਕ ਤੇ ਮੀਆਂਵਾਲੀ, ਇਹ ਵੀ ਪਾਕਿਸਤਾਨ ਦੇ ਵਿੱਚ ਹੈ। ਇਹ ਪੰਜਾਬ ਕਿਆ ਮੈਂ ਪਾਕਿਸਤਾਨ ਤੋਂ ਪਹਿਲਾਂ ਦੀ ਗੱਲ ਹੈ। ਹੁਣ ਇਹ ਤਾਂ ਪੰਜਾਬ ਦਾ ਲਿਸਾਨੀ ਜੁਗਰਾਫੀਆ ਹੈ। ਲਿਸਾਨੀ ਜੁਗਰਾਫੀਆ ਦੇ ਹਿਸਾਬ ਨਾਲ ਪੰਜ ਹੱਦਾਂ ਬਣਾਈਆਂ ਗਈਆਂ, ਜਿਹੜੀਆਂ ਇਹ ਪੰਜ ਹੱਦਾਂ ਨੇ, ਇਹਨਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ। ਫਿਰ ਪਾਕਿਸਤਾਨ ਬਣ ਗਿਆ, ਉਸ ਤੋਂ ਬਾਅਦ ਫਿਰ ਨਵੀਂ ਵੰਡ ਹੋ ਗਈ। ਇਹ ਅੱਗੇ ਆ ਜਾਂਦਾ ਹੈ ਪੰਜਾਬ ਦੇ ਇਲਾਕਾਈ ਲਹਿਜੇ, ਡਾਇਲੈਕਟਸ, ਲਹਿਜੇ। ਇੱਕ ਲਹਿਜਾ ਹੁੰਦਾ ਹੈ ਇੱਕ ਪਿੰਡ ਦਾ ਜਾਂ ਗਾਉਂ ਦਾ, ਜਿੱਥੇ ਇੱਕ ਸਕਾਫਤ ਹੋਵੇ। ਹੁਣ ਇੱਥੇ ਗੱਲ ਹੈ ਜ਼ਿਆਦਾ ਲਹਿਜਿਆਂ ਦੀ। ਇਹਦਾ ਮਤਲਬ ਹੈ ਕਿ ਇੱਕ ਪਿੰਡ ਤੋਂ ਗੱਲ ਨਿਕਲ ਕੇ ਪੰਜਾਬ ਦੇ ਮੁਖਤਲਿਫ ਪਿੰਡਾਂ ਦੀ ਗੱਲ ਆ ਗਈ, ਮੁਖਤਲਿਫ ਰਹਿਣ ਵਾਲਿਆਂ ਦੀ ਗੱਲ ਆ ਗਈ, ਜ਼ਿਆਦਾ ਲੋਕਾਂ ਦੀ ਗੱਲ ਆ ਗਈ, ਜ਼ਿਆਦਾ ਜ਼ਮੀਨ, ਜ਼ਿਆਦਾ ਵਸੇਬ ਦੀ ਗੱਲ ਆ ਗਈ। ਇਲਾਕਾਈ, ਇੱਕ ਇਲਾਕਾ ਨਹੀਂ, ਇੱਥੇ ਪੰਜਾਬ ਦੇ ਕਈ ਇਲਾਕੇ ਨੇ। ਇਲਾਕਾਈ ਲਹਿਜੇ ਦੀਆਂ ਅੰਗਾਂ ਦੀ ਜਾਣਕਾਰੀ ਮੁਮਕਿਨ ਹੈ, ਕਿਉਂ ਜੀ ਇਸ ਲਈ ਲਹਿਜੇ ਦਾ ਮਵਾਦ ਮਿਲ ਜਾਂਦਾ ਹੈ। ਪੰਜਾਬੀ ਦੀਆਂ ਇਲਾਕਾਈ ਲਹਿਜਿਆਂ ਬਾਰੇ ਕੰਮ ਜ਼ਰਾ ਘੱਟ ਹੀ ਹੋਇਆ ਹੈ। ਸਿਆਣਿਆਂ ਨੇ ਪੰਜਾਬ ਦੀਆਂ ਇਲਾਕੀ ਲਹਿਜਿਆਂ ਨੂੰ ਦੋ ਵੱਡੇ ਹਿੱਸਿਆਂ ਵਿੱਚ ਵੰਡਿਆ ਹੈ। ਦੋ ਵੱਡੇ ਹਿੱਸੇ ਨੇ, ਕਿਹੜੇ ਕਿਹੜੇ ਨੇ? ਮਸ਼ਰਕੀ ਲਹਿਜੇ ਤੇ ਮਗਰਬੀ ਲਹਿਜੇ। ਇਹ ਪੰਜਾਬ ਦੇ ਇਲਾਕੇ ਨੇ, ਮਸ਼ਰਕੀ ਲਹਿਜੇ ਤੇ ਮਗਰਬੀ ਲਹਿਜੇ। ਮਸ਼ਰਕ ਦੇ ਜਿਹੜੇ ਇਲਾਕੇ ਨੇ, ਉਹ ਕਿਹੜੇ ਇਲਾਕੇ ਨੇ, ਉਹਨਾਂ 'ਚ ਬੋਲੀ ਕਿਹੜੀ ਬੋਲੀ ਜਾਂਦੀ ਹੈ? ਤੇ ਮਗਰਬ ਦੇ ਇਲਾਕੇ ਕਿਹੜੇ ਨੇ, ਉਹਨਾਂ ਦੇ ਲਹਿਜੇ ਕਿਹੜੇ ਨੇ, ਉੱਥੇ ਬੋਲੀ ਕਿਹੜੀ ਬੋਲੀ ਜਾਂਦੀ ਹੈ? ਇਹ ਜਿਹੜਾ ਮਸ਼ਰਕੀ ਲਹਿਜੇ ਨੇ, ਇਹਦੇ ਵਿੱਚ ਮਸ਼ਰਕ ਜਾਂ ਭਾਰਤੀ ਪੰਜਾਬ ਦੀਆਂ ਬੋਲੀਆਂ ਆਉਂਦੀਆਂ ਨੇ। ਪਹਿਲੇ ਨੰਬਰ ਤੇ ਬਟਿਆਣੀ। ਇਹ ਇਲਾਕਾ ਹੈ ਬਟਿਆਣੀ, ਤੇ ਬਟਿਆਣੀ ਲਹਿਜੇ ਦੇ ਵਿੱਚ ਮਮਦੂਟ, ਫਿਰੋਜ਼ਪੁਰ ਤੇ ਉਹਦੇ ਆਸੇ-ਪਾਸੇ ਦੇ ਲੋਕ ਸ਼ਾਮਿਲ ਨੇ। ਫਿਰ ਆ ਜਾਂਦਾ ਹੈ ਪੁਆਧੀ। ਇਸ ਵਿੱਚ ਹਿਸਾਰ, ਅੰਬਾਲਾ, ਨਾਲਾਗੜ੍ਹ ਦੇ ਲੋਕ ਬੋਲਦੇ ਨੇ ਪੁਆਧੀ। ਪੁਆਧੀ ਕਿੱਥੋਂ ਦੇ ਬੋਲਦੇ ਨੇ? ਇਹ ਸਾਡੇ ਈਸਟ ਪੰਜਾਬ ਜਿਹੜਾ ਹੈ, ਇੱਥੋਂ ਦੇ ਲੋਕ ਘੱਟ ਬੋਲਦੇ ਨੇ ਪੁਆਧੀ। ਇਹ ਜ਼ਿਆਦਾਤਰ ਇੰਡੀਆ ਦੇ ਨੇ, ਮਸ਼ਰਕੀ ਹਿਸਾਰ, ਅੰਬਾਲਾ, ਨਾਲਾਗੜ੍ਹ ਦੇ ਲੋਕ ਜਿਹੜੇ ਨੇ। ਅੱਗੇ ਆ ਜਾਂਦਾ ਹੈ ਰਾਠੀ। ਰਾਠੀ ਵੀ ਜ਼ਬਾਨ ਹੈ, ਬੋਲੀ ਹੈ। ਇਸ ਨੂੰ ਪੁਆਧੀ ਦੀ ਇੱਕ ਸ਼ਕਲ ਆਖ ਸਕਦੇ ਹਾਂ। ਇਹ ਦੋਵੇਂ ਮਿਲਦੀਆਂ ਜੁਲਦੀਆਂ ਨੇ। ਅੱਗੇ ਆ ਜਾਂਦੀ ਹੈ ਮਾਲਵੀ ਬੋਲੀ। ਇਹ ਮਾਲਵੀ ਬੋਲੀ ਜਿਹੜੀ ਹੈ, ਇਹ ਫਿਰੋਜ਼ਪੁਰ, ਲੁਧਿਆਣਾ, ਤਲਵੰਡੀ, ਫਰੀਦਕੋਟ, ਪਟਿਆਲਾ ਦੇ ਲੋਕ ਬੋਲਦੇ ਨੇ। ਇਹ ਵੀ ਇੰਡੀਆ ਦਾ ਲਹਿਜਾ ਹੈ। ਇਹ ਮਸ਼ਰਕੀ ਜ਼ਿਆਦਾ ਇੰਡੀਆ ਦੇ ਲਹਿਜੇ ਨੇ। ਦੋਆਬੀ, ਅੱਗੇ ਆ ਜਾਂਦਾ ਹੈ ਦੋਆਬੀ ਲਹਿਜਾ। ਇਹ ਬੋਲੀ ਮਾਲਵੀ ਨਾਲ ਤਾਲੁਕ ਰੱਖਦੀ ਹੈ। ਇਹ ਦੋਵੇਂ ਵੀ ਆਪਸ ਵਿੱਚ ਰਲਦੀਆਂ ਮਿਲਦੀਆਂ ਨੇ। ਇਹ ਜਿਵੇਂ ਪੁਆਧੀ ਤੇ ਰਾਠੀ ਮਿਲਦੀ ਜੁਲਦੀ ਹੈ, ਤੇ ਮਾਲਵੀ ਤੇ ਦੋਆਬੀ ਮਿਲਦੀ ਹੈ। ਇਹ ਜ਼ਿਆਦਾਤਰ ਜਲੰਧਰ ਤੇ ਹੁਸ਼ਿਆਰਪੁਰ ਦੇ ਲੋਕ ਬੋਲਦੇ ਨੇ ਦੋਆਬੀ। ਇਹ ਤਾਂ ਗੱਲ ਹੋ ਗਈ
ਪੰਜਾਬ ਦੇ ਜਿਹੜੇ ਇਲਾਕੇ ਨੇ ਉਹਨੂੰ ਵੰਡਿਆ ਦੋ ਕਿਸਮਾਂ 'ਚ, ਮਸ਼ਰਕੀ ਤੇ ਮਗਰਬੀ। ਮਸ਼ਰਕੀ ਜਿਹੜੇ ਲਹਿਜੇ ਨੇ ਉਹਦੀਆਂ ਇਹ ਕਿਸਮਾਂ ਨੇ ਭਟਿਆਣੀ, ਪਵਾਦੀ, ਰਾਠੀ, ਮਾਲਵੀ ਤੇ ਦੋਆਬੀ। ਜਿਹੜੇ ਇਹਨਾਂ ਨੂੰ ਬੋਲਣ ਵਾਲੇ ਨੇ ਉਹ ਜ਼ਿਆਦਾਤਰ ਇੰਡੀਆ ਦੇ ਵਸੇਬ ਵਾਲੇ ਨੇ। ਅੱਗੇ ਆ ਗਿਆ ਮਗਰਬੀ। ਮਗਰਬੀ ਲਹਿਜੇ ਕਿਹੜੇ ਨੇ? ਇਹ ਜ਼ਿਆਦਾਤਰ ਪੁਠਵਾਰੀ ਲਹਿਜਾ ਜਿਹੜਾ ਹੈ ਮਗਰਬ ਵਿੱਚ ਬੋਲਿਆ ਜਾਂਦਾ ਹੈ। ਪੁਠਵਾਰ ਦਾ ਮਤਲਬ ਉੱਚਾ ਇਲਾਕਾ। ਪੁਠਵਾਰੀ ਬੋਲੀ ਰਾਵਲਪਿੰਡੀ ਆਲੇ ਤੇ ਉਹਦੇ ਆਸੇ-ਪਾਸੇ ਜਾਂ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਬੋਲੀ ਜਾਂਦੀ। ਦੂਜੀ ਖਾਸ ਤੌਰ ਤੇ ਮਰੀ ਦਿਆਂ ਪਹਾੜਾਂ ਦੇ ਆਲੇ ਦੁਆਲੇ ਬੋਲੀ ਜਾਂਦੀ ਹੈ। ਇਹ ਹੈ ਉੱਚਾ ਇਲਾਕਾ, ਪੁਠਵਾਰੀ ਇਲਾਕਾ। ਰਾਵਲਪਿੰਡੀ ਤੇ ਉਹਦੇ ਆਸੇ-ਪਾਸੇ ਦੇ ਜਿਹੜੇ ਇਲਾਕੇ ਨੇ, ਮਰੀ ਵਗੈਰਾ। ਅੱਗੇ ਆ ਗਈ ਜਿਹੜੀ ਧੰਨੀ ਬੋਲੀ ਹੈ। ਇਹ ਤਹਿਸੀਲ ਚਕਵਾਲ ਵਾਲੇ, ਤਲਾਗੰਗ ਵਾਲੇ, ਜੇਹਲਮ ਦਾ ਉਤਲਾ ਹਿੱਸਾ, ਉਤਲਾ ਇਲਾਕਾ ਤੇ ਇਹਦੇ ਵਿੱਚ ਦਰਮਿਆਨੀ ਇਲਾਕਾ ਸ਼ਾਮਿਲ ਹੈ। ਤੁਸੀਂ ਲਿਖ ਸਕਦੇ ਹੋ ਕਿ ਚਕਵਾਲ, ਤਲਾਗੰਗ ਤੇ ਜੇਹਲਮ ਦਾ ਉਤਲਾ ਤੇ ਦਰਮਿਆਨੀ ਹਿੱਸਾ ਸ਼ਾਮਿਲ ਨੇ ਧੰਨੀ ਵਿੱਚ। ਇਹ ਇੱਕ ਪੰਜਾਬੀ ਦੇ ਵਿੱਚ ਆਖਦੇ ਹਨ ਕਿ ਧੰਨੀ ਦਾ ਦਾੰਦ ਹੈ, ਧੰਨੀ ਦਾ ਵਹਿੜ ਹੈ ਜਾਂ ਧੰਨੀ ਦਾ ਬੈਲ ਹੈ। ਇਹ ਉਦੋਂ ਹੀ ਆਉਂਦਾ ਹੈ। ਛਾਛੀ ਬੋਲੀ ਇਹ ਕੈਮਲਪੁਰ ਦੇ ਲੋਕ ਬੋਲਦੇ ਨੇ ਤੇ ਉਹਨਾਂ ਨੂੰ ਛਾਛੀ ਆਖਿਆ ਜਾਂਦਾ ਹੈ। ਇਸ ਵਿੱਚ ਐਬਟਾਬਾਦ ਤੇ ਰਾਵਲਪਿੰਡੀ ਤੋਂ ਕੈਂਬਲਪੁਰ ਤੇ ਅੱਧ ਜਿਹੜਾ ਹੈ ਉਹ ਹਜ਼ਾਰਾ ਤੇ ਕੁਝ ਪਿਸ਼ਾਵਰ ਵੀ ਸ਼ਾਮਿਲ ਹੈ ਜਿਹੜੇ ਛਾਛੀ ਬੋਲਦੇ ਨੇ। ਅੱਗੇ ਆ ਜਾਂਦਾ ਸ਼ਾਹਪੁਰੀ। ਸ਼ਾਹਪੁਰ ਦੇ ਇਸ ਜਿਹੜੀ ਸ਼ਾਹਪੁਰੀ ਬੋਲਦੇ ਨੇ, ਸ਼ਾਹਪੁਰ ਇੱਕ ਇਲਾਕਾ ਹੀ ਵੀ ਹੈ। ਇਸ ਦੇ ਵਿੱਚ ਸਰਗੋਧਾ, ਜੰਗ, ਮੀਆਂ ਵਾਲੀ, ਡੇਰਾ ਇਸਮਾਈਲ ਖਾਨ, ਲਾਲਪੁਰ ਜਿਹਨੂੰ ਫੈਸਲਾਬਾਦ ਆਖਿਆ ਜਾਂਦਾ ਹੈ, ਇਹਦਾ ਇਲਾਕਾ ਸ਼ਾਮਿਲ ਹੈ। ਉਹ ਸ਼ਾਹਪੁਰੀ ਬੋਲਦੇ ਨੇ। ਇਹਨਾਂ ਦਾ ਲਹਿਜਾ ਜਿਹੜਾ ਸ਼ਾਹਪੁਰੀ ਹੈ। ਜਿਹੜਾ ਰਿਆਸਤੀ ਲਹਿਜਾ ਹੈ ਉਹ ਰਹੀਮ ਯਾਰ ਖਾਨ ਤੇ ਬਾਵਲਪੁਰ ਵਗੈਰਾ ਵਿੱਚ ਇਹ ਲਹਿਜਾ ਬੋਲਿਆ ਜਾਂਦਾ ਹੈ, ਰਿਆਸਤੀ ਬੋਲੀ ਜਿਹੜੀ ਹੁੰਦੀ। ਤੇ ਮੁਲਤਾਨੀ ਜਿਹੜੀ ਹੈ ਇਹਦਾ ਇਲਾਕਾ ਮੁਲਤਾਨ ਤੇ ਡੇਰਾ ਗਾਜ਼ੀ ਖਾਨ ਹੈ। ਅੱਗੇ ਆ ਜਾਂਦੀ ਜਾਂਗਲੀ ਬੋਲੀ। ਇਹ ਨੀਲੀ ਬਾਰ ਤੇ ਗੰਜੀ ਬਾਰ ਦੇ ਇਲਾਕੇ ਦਾ ਲਹਿਜਾ ਹੈ, ਜਿਹਦੇ ਵਿੱਚ ਕਮਾਲੀਆ ਤੇ ਸਾਹੀਵਾਲ ਦੇ ਇਲਾਕੇ ਸ਼ਾਮਿਲ ਨੇ। ਇਹ ਇਲਾਕੇ ਪਹਿਲੇ ਜੰਗਲ ਬਿਆਬਾਨ ਸਨ ਤੇ ਇਸ ਇਲਾਕੇ ਦੇ ਲੋਕਾਂ ਨੂੰ ਜਾਂਗਲੀ ਆਖਦੇ ਨੇ। ਕਮਾਲੀਆ, ਸਾਹੀਵਾਲ ਤੇ ਦੁਆਰਾਵੀ ਵਾਲੀ ਸਾਈਡ ਵਾਲੇ। ਅੱਗੇ ਆ ਜਾਂਦਾ ਹੈ ਲਿਸਾਨੀਆਤ ਦਾ ਚੌਥਾ ਬਾਬ। ਇਹ ਹੈ ਅਦਬੀ ਰੂਪ, ਜਿਹੜੀ ਇਹਦੀ ਲਿਟਰੇਚਰ ਦੀ ਸ਼ਕਲ ਹੈ। ਇਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਹੈ ਉਹ ਹੈ ਪੰਜਾਬੀ ਜ਼ਬਾਨ ਦਾ ਅਦਬੀ ਰਵਾਇਤ ਦਾ ਮੁੱਢ ਕਿੱਥੋਂ ਬੱਝਾ। ਅਦਬੀ ਰਵਾਇਤ ਇਹਦਾ ਜਿਹੜਾ ਮੁੱਢ ਹੈ, ਉਹਦੀ ਜਿਹੜੀ ਬੁਨਿਆਦ ਹੈ ਉਹ। ਫਿਰ ਅੱਗੇ ਆ ਜਾਂਦਾ ਹੈ ਪੰਜਾਬੀ ਅਦਬ ਦੀ ਮੁਸਲਮਾਨੀ ਰਵਾਇਤ। ਜਿਹੜਾ ਪੰਜਾਬੀ ਅਦਬ ਹੈ ਉਹਦੇ ਵਿੱਚ ਕਿਹੜੇ ਮੁਸਲਮਾਨ ਹੁਕਮਰਾਨ ਨੇ ਜਾਂ ਜਿਹੜੇ ਸ਼ਾਇਰ ਵਗੈਰਾ ਨੇ ਜਿਨ੍ਹਾਂ ਨੇ ਕੰਮ ਕੀਤਾ। ਅੱਗੇ ਪੰਜਾਬੀ ਅਦਬ ਦੀ ਸਿੱਖੀ ਰਵਾਇਤ ਆ ਜਾਂਦੀ ਹੈ ਕਿ ਸਿੱਖਾਂ ਨੇ ਪੰਜਾਬੀ ਵਿੱਚ ਕੀ ਕੰਮ ਸ਼ਮ ਕੀਤਾ ਹੈ। ਅੱਗੇ ਪੰਜਾਬੀ ਜ਼ਬਾਨ ਦਾ ਜੋ ਅਦਬੀ ਰੂਪ ਜਿਹੜਾ ਹੁਣ ਦਾ ਹੈ। ਪੰਜਾਬੂ ਬਾਹਰਲੀ ਪੰਜਾਬੀ ਬੋਲੀਆਂ ਕਿਹੜੀਆਂ ਨੇ? ਹਿੰਦਕੋ, ਡੋਗਰੀ ਜਾਂ ਪਹਾੜੀ, ਗੋਜਰੀ, ਸਰਾਇਕੀ ਤੇ ਲੋਰਸਤਾਨੀ ਤੇ ਜਗਦਾਲੀ। ਹੁਣ ਇਹ ਜਿਹੜਾ ਅਦਬੀ ਰੂਪ ਹੈ ਇਹਦੇ ਵਿੱਚ ਪੰਜਾਬੀ ਅਦਬ ਦੀ ਮੁਸਲਮਾਨੀ ਰਵਾਇਤ ਨੂੰ ਸ਼ਹਬਾਜ਼ ਮਲਿਕ ਹੋਰਾਂ 4 ਦੌਰਾਂ ਵਿੱਚ ਵੰਡਿਆ। ਇਹ ਜਿਹੜਾ ਅਦਬੀ ਮੁਸਲਮਾਨੀ ਰਵਾਇਤ ਹੈ ਇਹਦੇ 4 ਦੌਰ ਨੇ। 4 ਦੌਰ ਨੇ ਕਿਹੜਾ ਕਿਹੜਾ? ਸੁਲਤਾਨੀ ਦੌਰ, ਇਹਦੇ ਵਿੱਚ ਪਹਿਲਾ ਮੁਗਲ ਦੌਰ ਹੈ। ਇਸ ਦੌਰ ਵਿੱਚ ਇਸਲਾਮੀ ਤੇ ਸੂਫੀ ਅਦਬ ਦੇ ਨਾਲ ਨਾਲ ਰੋਮਾਂਟਿਕ ਅਦਬ ਵੀ ਵਜੂਦ ਵਿੱਚ ਆਇਆ। ਮੁਗਲ ਦੌਰ ਦੇ ਵਿੱਚ ਉਹ ਇਸਲਾਮੀ ਤੇ ਸੂਫੀ ਅਦਬ ਇਹ ਦੋ ਤੇ ਨਾਲ ਨਾਲ ਰੋਮਾਂਟਿਕ ਅਦਬ ਵਿੱਚ ਵੀ ਕੰਮ ਹੋਇਆ ਹੈ।
ਇਹ ਸੁਲਤਾਨੀ ਦੌਰ ਹੈ। ਦੂਜਾ ਮੁਗਲ ਦੌਰ ਸ਼ੁਰੂ ਹੋਇਆ, ਉਹਦੇ ਵਿੱਚ ਲੋਕ ਵਾਰਾਂ ਲਿਖੀਆਂ ਗਈਆਂ ਤੇ ਮੁਸਲਮਾਨ ਸ਼ਾਇਰਾਂ ਨੇ ਸ਼ਾਇਰੀ ਕੀਤੀ। ਤੇ ਇਹ ਫਿਰ ਅੱਗੇ ਆ ਗਿਆ ਜਦੀਦ ਦੌਰ। ਇਸ ਦੌਰ ਵਿੱਚ ਤਰਜਮੇ ਕੀਤੇ ਗਏ, ਤਫਸੀਰਾਂ ਲਿਖੀਆਂ ਗਈਆਂ, ਮਿਰਾਜਨਾਮੇ ਲਿਖੇ ਗਏ, ਇਸਲਾਮੀ ਜੰਗਾਂ ਲਿਖੀਆਂ ਗਈਆਂ, ਕਰਬਲਾ ਨਾਮੇ ਲਿਖੇ ਗਏ, ਖੁਤਬੇ ਲਿਖੇ ਗਏ, ਨਾਤਾਂ ਲਿਖੀਆਂ ਗਈਆਂ, ਕਾਫੀਆਂ ਲਿਖੀਆਂ ਗਈਆਂ। ਇਹ ਸਾਰਾ ਕੁਝ ਲਿਖਿਆ ਗਿਆ ਜਦੀਦ ਦੌਰ ਵਿੱਚ। ਇਹ ਸੁਲਤਾਨੀ ਦੌਰ ਆ ਗਿਆ, ਇਹ ਪਹਿਲਾ ਮੁਗਲ ਦੌਰ ਆ ਗਿਆ, ਇਹ ਦੂਜਾ ਮੁਗਲ ਦੌਰ ਆ ਗਿਆ, ਤੇ ਆਖਰੀ ਜਦੀਦ ਦੌਰ ਆ ਗਿਆ। ਹੁਣ ਇਹ ਪੰਜਾਬੀ ਅਦਬ ਦੀ ਸਿੱਖੀ ਰਵਾਇਤ ਕੀ ਹੈ? ਆਦਿ ਗੁਰਨੱਥ ਤੇ ਦਿਸਮ ਗੁਰਨੱਥ, ਇਹਦੇ ਵਿੱਚ ਜਿਹੜੇ ਉਹ ਸ਼ਲੂਕ ਉਹਨਾਂ ਨੇ ਲਿਖੇ, ਗੁਰਨਾਥ ਦੀ ਕਿਤਾਬ ਬੜੀ ਵੱਡੀ ਕਿਤਾਬ ਹੈ। ਤੇ ਪੰਜਾਬੀ ਜ਼ਬਾਨ ਜੋ ਅਦਬੀ ਰੂਪ, ਇਹਦੇ ਵਿੱਚ ਤੁਸੀਂ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੰਜਾਬੀ ਬੋਲੀ ਦੇ ਵਿੱਚ ਅਦਬੀ ਰੂਪ ਜਿਹੜਾ ਹੈ, ਇਹਦੇ ਵਿੱਚ ਸਾਰੀਆਂ ਸ਼ਾਇਰੀ ਵਗੈਰਾ, ਨਸਰ, ਕਦੀਮ ਨਸਰ, ਜਦੀਦ ਨਸਰ, ਜਦੀਦ ਸਨਫਾਂ, ਇਹ ਸਾਰੀਆਂ ਦੇ ਚ ਆ ਜਾਂਦੀਆਂ ਨੇ। ਬਸ ਇੱਕ ਇੱਕ ਦੋ ਦੋ ਸਤਰਾਂ ਦੇ ਵਿੱਚ ਇਹਨਾਂ ਦੀ ਵੰਡ ਕਰਨੀ ਹੈ। ਤੇ ਇਹ ਲਿਸਾਨੀਆਤ ਹੈ। ਮੁੱਕਦੀ ਗੱਲ ਜਿਹੜੀ ਤੁਹਾਨੂੰ ਉੱਤੇ ਪਹਿਲੇ ਦੱਸੀ ਹੈ, ਪੰਜਾਬੀ ਲਿਸਾਨੀਆਤ ਜਿਹੜੀ ਹੈ ਉਹਦੇ ਤੇ ਡਾਕਟਰ ਸ਼ਹਬਾਜ਼ ਮਲਿਕ ਹੋਰਾਂ ਨੇ ਬੜਾ ਕੰਮ ਕੀਤਾ ਹੈ। ਤੇ ਉਹਨਾਂ ਨੇ ਸੂਤੀਆਤ ਬਾਰੇ ਦੱਸਿਆ ਹੈ ਤੇ ਇਹਦੀ ਜਾਣ ਪਹਿਚਾਣ ਕਰਾਈ ਹੈ। ਇਹ ਇਹਦੀ ਮੁੱਕਦੀ ਗੱਲ ਹੈ। 5-7 ਸਤਰਾਂ ਜਿਹੜੀਆਂ ਨੇ ਉਹ ਲਿਖ ਦੇਣੀਆਂ ਨੇ ਤੇ ਇਸ ਕਿਤਾਬ ਨੂੰ 4 ਬਾਬਾਂ ਦੇ ਵਿੱਚ ਵੰਡ ਕੇ ਸਮਝਣ ਵਾਸਤੇ ਔਰ ਪੜ੍ਹਨ ਵਾਸਤੇ ਆਸਾਨੀ ਪੈਦਾ ਕੀਤੀ ਹੈ। ਇਹ ਇਹਦਾ ਟੌਪਿਕ ਹੈ, ਇਹ ਮੌਜੂ ਹੈ। ਕਿਸੇ ਦਾ ਕੋਈ ਸਵਾਲ ਹੈ ਤਾਂ ਪੁੱਛ ਸਕਦਾ है। सर ये अदबी रूप में तो बहुत थोड़ा थोड़ा सा लिखा हुआ है, तो इतना ही हम भी लिखें या किसी बुक से ये भी ज्यादा ये लिखें? वैसे तो बहुत ज्यादा है, ये वैसे 221 सफ़ों पे है, बहुत ज्यादा। लेकिन आपने सिर्फ थोड़ा थोड़ा इसका बयान ही करना है ना कि पंजाबी ਜ਼ਬਾਨ ਦਾ ਅਦਬੀ ਰਵਾਇਤ ਦਾ ਮੁੱਢ ਜਿਹੜਾ ਹੈ ਉਹ ਕਿੱਥੋਂ ਵੱਜਦਾ ਹੈ। ਬਾਬਾ ਫਰੀਦ ਹੋਰਾਂ ਤੋਂ ਸ਼ੁਰੂ ਹੁੰਦਾ ਹੈ, ਫਿਰ ਮੁਸਲਮਾਨੀ ਰਵਾਇਤ ਦੇ ਵਿੱਚ ਆ ਜਾਂਦਾ ਹੈ। ਜਿਵੇਂ ਤੁਹਾਨੂੰ ਦੱਸਿਆ ਹੈ ਕਿ ਜਿਹੜੇ ਹੁਕਮਰਾਨ ਹਨ, ਮੁਸਲਮਾਨ ਹੁਕਮਰਾਨ ਹਨ, ਉਹਨਾਂ ਨੇ ਪੰਜਾਬੀ ਅਦਬ ਵਾਸਤੇ ਕੰਮ ਕੀਤਾ। ਉਹਨਾਂ ਨੇ ਜਿਹੜੇ ਲਿਖਾਰੀ ਨੇ ਉਹਨਾਂ ਨੂੰ ਮੁਆਵਜ਼ੇ ਦਿੱਤੇ, ਤਨਖਾਹ ਦਿੱਤੀ। ਉਸ ਤੋਂ ਬਾਅਦ ਉਹਨਾਂ ਨੇ ਫਿਰ ਨਸਰ, ਜਦੀਦ ਨਸਰ, ਕਦੀਮ ਨਸਰ, ਉਸ ਤੋਂ ਬਾਅਦ ਕਲਾਸਿਕੀ ਸ਼ਾਇਰੀ, ਉਹਨਾਂ 'ਚ ਕੰਮ ਹੋਇਆ। ਇਹ ਇੰਝ ਹੀ ਸਾਰੀਆਂ ਚੀਜ਼ਾਂ ਨੇ। ਫਿਰ ਪੰਜਾਬੀ ਅਦਬ ਦੀ ਸਿੱਖੀ ਰਵਾਇਤ ਹੈ, ਸਿੱਖਾਂ ਪੰਜਾਬੀ ਵਿੱਚ ਕੀ ਕੰਮ ਕੀਤਾ, ਇਹ ਤਾਂ ਬਹੁਤ ਲੰਬਾ ਚੌੜਾ ਸਿਲਸਿਲਾ ਹੈ ਕਹਿੰਦਾ। ਇਸ ਤੇ ਕੋਈ PhD ਜਾਂ MPhil ਤਾਂ ਨਹੀਂ ਕਰਨਾ, ਜਾਂ ਇੱਕ ਟੌਪਿਕ ਜਿਹੜਾ ਹੈ ਫਰਜ਼ ਕਰੋ ਉਹ ਪੰਜਾਬੀ ਅਦਬ ਦੀ ਸਿੱਖੀ ਰਵਾਇਤ ਜਿਹੜਾ ਇਹ ਤਾਂ ਨਹੀਂ ਮੌਜੂ ਪੁੱਛਿਆ ਜਾਣਾ, ਜਾਂ ਪੰਜਾਬੀ ਅਦਬ ਦੀ ਮੁਸਲਮਾਨੀ ਰਵਾਇਤ। ਤੁਹਾਡੇ ਕੋਲ ਪੁੱਛਿਆ ਜਾਣਾ ਲਿਸਾਨੀਆਤ ਓਵਰਆਲ, ਉਹਦੇ ਵਿੱਚ ਤੁਸੀਂ ਇਹਨਾਂ ਨੂੰ ਥੋੜਾ ਥੋੜਾ ਜਿਹੜਾ ਇਹਦਾ ਹਵਾਲਾ ਦੇਣਾ ਹੈ। ਕੋਈ ਇਸ ਤੇ ਕੋਈ ਮਕਾਲਾ ਤਾਂ ਨਹੀਂ ਲਿਖਣਾ, ਜਾਂ ਇਸ ਤੇ ਇੱਕ ਆਰਟੀਕਲ ਤਾਂ ਨਹੀਂ ਲਿਖਣਾ ਕਿਸੇ ਇੱਕ ਮੌਜੂ ਤੇ। ਇਹ ਤਾਂ PhD MPhil ਵਾਸਤੇ ਚੀਜ਼ਾਂ ਆਉਂਦੀਆਂ ਨੇ। ठीक है सर। ਹੋਰ ਕੋਈ ਸਵਾਲ? ठीक है, अल्लाह हाफिज।